ਹੈਲੋ एवरीवन ਵਾਰਡ ਅਟੈਂਡੈਂਟ 2020 ਦੀ ਤਿਆਰੀ ਕਰ ਰਹੇ ਸਾਰੇ ਉਮੀਦਵਾਰਾਂ ਦਾ ਸਵਾਗਤ ਹੈ ਚੈਨਲ ਐਜੂਕੇਸ਼ਨ ਸਿੰਪਲੀਫਾਈਡ ਬਾਈ OCDC ਦੇ ਉੱਪਰ ਇੱਕ ਨਵੇਂ ਵੀਡੀਓ ਦੇ ਨਾਲ ਜਿਸ ਵਿੱਚ ਆਪਾਂ ਡਿਸਕਸ ਕਰਾਂਗੇ 15 ਬਹੁਤ ਮਹੱਤਵਪੂਰਨ ਪ੍ਰਸ਼ਨ ਅਤੇ ਉਹਨਾਂ ਦੇ ਉੱਤਰ ਜਿਹੜੇ ਕਿ ਬਲੱਡ ਸੈਂਪਲ ਦੇ ਨਾਲ ਸੰਬੰਧ ਰੱਖਦੇ ਨੇ। ਪ੍ਰਸ਼ਨ ਨੰਬਰ 1 ਵਧੀਆ ਗੁਣਵੱਤਾ ਲਈ ਲੈਬੋਰੇਟਰੀ ਟੈਸਟ ਦਾ ਪਹਿਲਾ ਕਦਮ ਕੀ ਹੈ। मतलब जो आप ਲੈਬੋਰੇਟਰੀ 'ਚ ਕੋਈ ਟੈਸਟ ਕਰਵਾਉਣ ਜਾਂਦੇ ਹਾਂ ਬਲੱਡ ਦਾ ਤਾਂ ਉਹ ਟੈਸਟ ਦੀ ਗੁਣਵੱਤਾ ਵਧੀਆ ਹੋਵੇ ਤਾਂ ਉਹਦੇ ਲਈ ਪਹਿਲਾ ਕਦਮ ਕੀ ਹੋਣਾ ਚਾਹੀਦਾ ਹੈਗਾ। ਤਾਂ ਤੁਹਾਡੇ ਕੋਲ ਪਹਿਲੀ ਆਪਸ਼ਨ ਹੈ ਕਿ ਸਟਾਫ ਵਧੀਆ ਹੋਵੇ, ਦੂਜੀ ਆਪਸ਼ਨ ਹੈ ਸੈਂਪਲ ਲੈਣ ਦੀ ਪ੍ਰਕਿਰਿਆ ਵਧੀਆ ਹੋਵੇ, ਤੀਜੀ ਆਪਸ਼ਨ ਹੈ ਵਧੀਆ ਟੈਸਟ ਟਿਊਬ ਵਰਤੀ ਜਾਵੇ, ਚੌਥੀ ਆਪਸ਼ਨ ਹੈ ਉਪਰੋਕਤ ਵਿੱਚੋਂ ਕੋਈ ਵੀ ਸਹੀ ਨਹੀਂ ਹੈ। ਤਾਂ ਸਹੀ ਉੱਤਰ ਆਏਗਾ ਆਪਸ਼ਨ ਆੜਾ ਕਿ ਸੈਂਪਲ ਲੈਣ ਦੀ ਜਿਹੜੀ ਪ੍ਰੋਸੈਸ ਹੁੰਦੀ ਹੈ, ਜਿਹੜੀ ਪ੍ਰਕਿਰਿਆ ਹੁੰਦੀ ਆ ਉਹ ਬਹੁਤ ਵਧੀਆ ਉੱਤਮ ਦਰਜੇ ਦੀ ਹੋਣੀ ਚਾਹੀਦੀ ਹੈ। ਤਾਂ ਹੀ ਜਿਹੜੀ ਸੈਂਪਲ ਦੀ ਲੈਣ ਦੀ ਪ੍ਰਕਿਰਿਆ ਉੱਪਰ ਡਿਪੈਂਡ ਕਰਦਾ ਕਿ ਰਿਜ਼ਲਟ ਸਹੀ ਹੋਵੇਗਾ ਜਾਂ ਨਹੀਂ ਹੋਵੇਗਾ। ਪ੍ਰਸ਼ਨ ਨੰਬਰ 2 ਬਲੱਡ ਸੈਂਪਲ ਲੈਂਦੇ ਸਮੇਂ ਵੇਨ ਵਿੱਚ ਸੂਈ ਲਾਉਣ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਹਨ। ਤਾਂ ਤੁਹਾਨੂੰ ਪਤਾ ਕਿ ਬਲੱਡ ਸਰਿੰਜ ਦੇ ਨਾਲ ਲੈਤਾ ਜਾਂਦਾ ਹੈਗਾ ਤਾਂ ਸੂਈ ਵੇਨ ਦੇ ਅੰਦਰ ਜਾਂਦੀ ਹੈ ਤਾਂ ਉਸ ਪ੍ਰੋਸੈਸ ਨੂੰ ਕੀ ਕਹਿੰਦੇ ਨੇ। ਤੁਹਾਡੇ ਕੋਲ ਚਾਰ ਆਪਸ਼ਨ ਨੇ। ਪਹਿਲੀ ਆਪਸ਼ਨ ਹੈ ਪ੍ਰਿਕਿੰਗ, ਦੂਜੀ ਆਪਸ਼ਨ ਹੈ ਨੀਡਲਿੰਗ, ਤੀਜੀ ਆਪਸ਼ਨ ਹੈ ਸੈਂਪਲਿੰਗ, ਚੌਥੀ ਆਪਸ਼ਨ ਹੈ ਵੇਨੀ ਪੰਕਚਰ। ਤਾਂ ਸਹੀ ਉੱਤਰ ਆਏਗਾ ਇਸ ਪ੍ਰੋਸੈਸ ਨੂੰ ਕਿਹਾ ਜਾਂਦਾ ਵੇਨੀ ਪੰਕਚਰ। ਓਕੇ। ਪ੍ਰਸ਼ਨ ਨੰਬਰ 3 ਸੈਂਪਲ ਮਤਲਬ ਬਲੱਡ ਲੈਣ ਦੇ ਲਈ ਵੇਨ ਦੀ ਚੋਣ ਕਰਨ ਉਪਰੰਤ ਉਸ ਜਗ੍ਹਾ ਨੂੰ ਕਿਸ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ। ਤਾਂ ਤੁਸੀਂ ਦੇਖਿਆ ਹੋਵੇਗਾ ਕਿ ਵੇਨ ਨੂੰ ਪਹਿਲਾਂ ਡਾਕਟਰ ਜਾਂ ਟੈਕਨੀਸ਼ੀਅਨ ਫਾਈਂਡ ਕਰਦੇ ਨੇ ਵੀ ਕਿਹੜੀ ਵੇਨ 'ਚੋਂ ਸੈਂਪਲ ਲੈਣਾ ਹੈ। ਠੀਕ ਹੈ। ਤਾਂ ਜਦੋਂ ਸੈਂਪਲ ਲੈਣ ਦੇ ਲਈ ਵੇਨ ਸਿਲੈਕਟ ਕੀਤੀ ਜਾਂਦੀ ਹੈ ਵੀ ਇਸ ਵੇਨ 'ਚੋਂ ਆਪਾਂ ਸੈਂਪਲ ਲੈਣਾ ਹੈਗਾ ਤਾਂ ਉਸ ਤੋਂ ਬਾਅਦ ਉਸ ਵੇਨ ਨੂੰ ਸਾਫ਼ ਕਰਨਾ ਜ਼ਰੂਰੀ ਹੁੰਦਾ। ਤਾਂ ਉਹ ਸਾਫ਼ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ। ਪਹਿਲੀ ਆਪਸ਼ਨ ਨੀਚੇ ਤੋਂ ਉੱਪਰ ਵੱਲ, ਦੂਜੀ ਆਪਸ਼ਨ ਹੈ ਉੱਪਰ ਤੋਂ ਨੀਚੇ ਵੱਲ, ਤੀਜੀ ਆਪਸ਼ਨ ਹੈ ਗੋਲਾਕਾਰ ਮੋਸ਼ਨ ਦੇ ਵਿੱਚ ਮਤਲਬ ਸਰਕੂਲਰ ਮੋਸ਼ਨ 'ਚ, ਚੌਥੀ ਆਪਸ਼ਨ ਹੈ ਉਪਰੋਕਤ ਸਾਰੇ ਮਤਲਬ ਕਿਸੇ ਵੀ ਤਰੀਕੇ ਨਾਲ ਸਾਫ਼ ਕਰ ਲਓ। ਤਾਂ ਪਰ ਸਹੀ ਉੱਤਰ ਆਏਗਾ ਆਪਸ਼ਨ ਈ ਗੋਲਾਕਾਰ ਮੋਸ਼ਨ ਦੇ ਵਿੱਚ ਇਹ ਸਾਫ਼ ਕਰਨਾ ਚਾਹੀਦਾ ਹੈ। ਪ੍ਰਸ਼ਨ ਨੰਬਰ 4 ਸੈਂਪਲ ਲੈਂਦੇ ਵਕਤ ਸੂਈ ਅਤੇ ਬਾਂਹ ਦੇ ਵਿਚਕਾਰ ਕਿੰਨਾ ਕੋਣ ਹੋਣਾ ਚਾਹੀਦਾ ਹੈ, ਮਤਲਬ ਕਿੰਨੇ ਡਿਗਰੀ ਦਾ ਕੋਣ ਬਣਨਾ ਚਾਹੀਦਾ ਹੈ। ਪਹਿਲੀ ਆਪਸ਼ਨ ਹੈ 90 ਡਿਗਰੀ, ਦੂਜੀ ਹੈ 45 ਡਿਗਰੀ, ਤੀਜੀ ਹੈ 30 ਡਿਗਰੀ, ਚੌਥੀ ਆਪਸ਼ਨ ਹੈ 15 ਤੋਂ 30 ਡਿਗਰੀ ਦੇ ਵਿਚਕਾਰ। ਤਾਂ ਸਹੀ ਉੱਤਰ ਆਏਗਾ ਕਿ ਸੈਂਪਲ ਲੈਂਦੇ ਵਕਤ ਸੂਈ ਨੂੰ ਜਦੋਂ ਆਪਾਂ ਵੇਨ 'ਚ ਪਾਉਂਦੇ ਹਾਂ ਸੂਈ ਅਤੇ ਬਾਂਹ ਦੇ ਵਿਚਕਾਰ ਐਂਗਲ ਹੋਣਾ ਚਾਹੀਦਾ 15 ਤੋਂ 30 ਡਿਗਰੀ ਦੇ ਵਿਚਕਾਰ। ਪ੍ਰਸ਼ਨ ਨੰਬਰ 5 ਟੋਰਨੀਕੋਇਟ ਕਿੱਥੇ ਲਗਾਉਣਾ ਚਾਹੀਦਾ ਹੈ। ਟੋਰਨੀਕੋਇਟ ਤੁਹਾਨੂੰ ਆਪਣੇ ਪਿਛਲੇ ਵੀਡੀਓ 'ਚ ਸਮਝਾ ਚੁੱਕੇ ਹਾਂ ਸਾਰਾ ਕੁਝ ਵੀ ਕੀ ਹੁੰਦਾ ਇਹ। ਠੀਕ ਹੈ। ਇੱਕ ਤਰ੍ਹਾਂ ਦੀ ਪੱਟੀ ਨੂਮਾ ਸਟਰਕਚਰ ਹੁੰਦੀ ਹੈ ਜਿਹੜੀ ਕਿ ਬਾਂਹ ਦੇ ਉੱਪਰ ਬੰਨੀ ਜਾਂਦੀ ਆ ਸੈਂਪਲ ਲੈਂਦੇ ਸਮੇਂ ਤਾਂ ਕਿ ਵੇਨ ਨੂੰ ਫਾਈਂਡ ਕਰਨਾ ਉਭਾਰਨਾ ਸੌਖਾ ਹੋ ਸਕੇ। ਤਾਂ ਪਹਿਲੀ ਆਪਸ਼ਨ ਹੈ ਕਿ ਟੋਰਨੀਕੋਇਟ ਜਿਹੜਾ ਹੈਗਾ ਚੋਣ ਕੀਤੀ ਹੋਈ ਵੇਨ ਜਿੱਚੋਂ ਸੈਂਪਲ ਲੈਣਾ ਹੈਗਾ ਉਸ ਤੋਂ 2 ਇੰਚ ਥੱਲੇ ਲਾਉਣਾ ਹੁੰਦਾ। ਦੂਜੀ ਆਪਸ਼ਨ ਹੈ ਚੋਣ ਕੀਤੀ ਵੇਨ ਤੋਂ 10 ਇੰਚ ਉੱਪਰ ਲਾਉਣਾ ਹੁੰਦਾ। ਤੀਜੀ ਆਪਸ਼ਨ ਹੈ ਚੋਣ ਕੀਤੀ ਵੇਨ ਤੋਂ 3 ਜਾਂ 4 ਇੰਚ ਉੱਪਰ ਲਾਉਣਾ ਹੁੰਦਾ। ਚੌਥੀ ਆਪਸ਼ਨ ਉਪਰੋਕਤ ਵਿੱਚੋਂ ਕੋਈ ਵੀ ਸਹੀ ਨਹੀਂ ਹੈ। ਤਾਂ ਸਹੀ ਉੱਤਰ ਆਏਗਾ ਆਪਸ਼ਨ ਈ ਕਿ ਚੋਣ ਕੀਤੀ ਵੇਨ ਤੋਂ 3 ਜਾਂ 4 ਇੰਚ ਉੱਪਰ ਟੋਰਨੀਕੋਇਟ ਬਣਨਾ ਚਾਹੀਦਾ ਹੈ। ਪ੍ਰਸ਼ਨ ਨੰਬਰ 6 ਟੋਰਨੀਕੋਇਟ ਕਿੰਨੇ ਸਮੇਂ ਤੋਂ ਜ਼ਿਆਦਾ ਨਹੀਂ ਬਣਨਾ ਚਾਹੀਦਾ। ਪਹਿਲੀ ਆਪਸ਼ਨ ਹੈ 2 ਮਿੰਟ ਤੋਂ ਜ਼ਿਆਦਾ, ਦੂਜੀ ਆਪਸ਼ਨ ਹੈ 3 ਮਿੰਟ ਤੋਂ ਜ਼ਿਆਦਾ, ਤੀਜੀ ਆਪਸ਼ਨ ਹੈ 1 ਮਿੰਟ ਤੋਂ ਜ਼ਿਆਦਾ, ਚੌਥੀ ਆਪਸ਼ਨ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਸਹੀ ਉੱਤਰ ਆਏਗਾ ਕਿ ਟੋਰਨੀਕੋਇਟ ਜਿਹੜਾ ਹੈਗਾ ਉਹ 1 ਮਿੰਟ ਤੋਂ ਜ਼ਿਆਦਾ ਨਹੀਂ ਬਣਨਾ ਚਾਹੀਦਾ। ਪ੍ਰਸ਼ਨ ਨੰਬਰ 7 ਸੂਈ ਸੈਂਪਲ ਲੈਣ ਤੋਂ ਬਾਅਦ ਕਿਵੇਂ ਬਾਹਰ ਕੱਢਣੀ ਚਾਹੀਦੀ ਹੈ। ਪਹਿਲੀ ਆਪਸ਼ਨ ਹੈ ਬਹੁਤ ਹੌਲੀ ਬਾਹਰ ਕੱਢਣੀ ਚਾਹੀਦੀ ਹੈ, ਦੂਜੀ ਆਪਸ਼ਨ ਹੈ ਬਹੁਤ ਤੇਜ਼ ਤੇ ਬੈਕਵਰਡ ਮੋਸ਼ਨ ਨਾਲ, ਤੀਜੀ ਆਪਸ਼ਨ ਹੈ ਹੌਲੀ ਹੌਲੀ ਅੱਗੇ ਪਿੱਛੇ ਸੂਈ ਨੂੰ ਘੁਮਾਉਂਦੇ ਹੋਏ, ਤੇ ਚੌਥੀ ਆਪਸ਼ਨ ਹੈ ਉਪਰੋਕਤ ਵਿੱਚੋਂ ਕਿਸੇ ਵੀ ਤਰੀਕੇ ਨਾਲ। ਤਾਂ ਸਹੀ ਉੱਤਰ ਆਏਗਾ ਕਿ ਸੂਈ ਨੂੰ ਬਾਹਰ ਕੱਢਦੇ ਸਮੇਂ ਤੇਜ਼ ਬੈਕਵਰਡ ਮੋਸ਼ਨ ਨਾਲ ਬਾਹਰ ਕੱਢਣਾ ਚਾਹੀਦਾ ਹੈ, ਮਤਲਬ ਆਪਸ਼ਨ ਆੜਾ। ਪ੍ਰਸ਼ਨ ਨੰਬਰ 8 ਫਿੰਗਰ ਸਟਿਕ ਸੈਂਪਲ ਕਿਸ ਉਂਗਲ ਵਿੱਚੋਂ ਲੈਣਾ ਚਾਹੀਦਾ ਹੈ। ਫਿੰਗਰ ਸਟਿਕ ਤੁਸੀਂ ਦੇਖਿਆ ਹੋਗਾ ਕਿ ਉਂਗਲ ਦੇ ਵਿੱਚੋਂ ਸੈਂਪਲ ਲੈਤਾ ਜਾਂਦਾ ਹੈਗਾ। ਜਨਰਲੀ ਜਦੋਂ ਆਪਾਂ ਸ਼ੂਗਰ ਟੈਸਟ ਕਰਾਉਂਦੇ ਹਾਂ ਤਾਂ ਅੱਜ ਕੱਲ੍ਹ ਉਂਗਲ ਦੇ ਵਿੱਚੋਂ ਸੈਂਪਲ ਲਿਆ ਜਾਂਦਾ ਹੈਗਾ। ਤਾਂ ਉਸ ਟੈਕਨੀਕ ਨੂੰ ਫਿੰਗਰ ਸਟਿਕ ਸੈਂਪਲ ਕਹਿੰਦੇ ਨੇ। ਤਾਂ ਕਿਹੜੀ ਉਂਗਲ 'ਚੋਂ ਲੈਣਾ ਚਾਹੀਦਾ ਹੈ। ਪਹਿਲੀ ਆਪਸ਼ਨ ਹੈ ਕਿਸੇ ਵੀ ਉਂਗਲ 'ਚੋਂ, ਦੂਜੀ ਆਪਸ਼ਨ ਹੈ ਤੀਜੀ ਤੇ ਚੌਥੀ, ਤੀਜੀ ਮਤਲਬ ਮਿਡਲ ਫਿੰਗਰ ਤੇ ਚੌਥੀ ਮਤਲਬ ਰਿੰਗ ਫਿੰਗਰ ਦੇ ਵਿੱਚੋਂ, ਤੀਜੀ ਆਪਸ਼ਨ ਹੈ ਲਿਟਲ ਫਿੰਗਰ ਜਿਹਨੂੰ ਆਪਾਂ ਚੀਚੀ ਕਹਿ ਦਿੰਦੇ ਹਾਂ ਉਹਦੇ ਵਿੱਚੋਂ, ਤੇ ਚੌਥੀ ਆਪਸ਼ਨ ਹੈ ਕਿ ਇਹ ਸੈਂਪਲ ਉਂਗਲ ਵਿੱਚੋਂ ਲਿਆ ਹੀ ਨਹੀਂ ਜਾਂਦਾ। ਠੀਕ ਹੈ। ਤਾਂ ਸਹੀ ਉੱਤਰ ਆਏਗਾ ਕਿ ਫਿੰਗਰ ਸਟਿਕ ਸੈਂਪਲ
ਤੀਜੀ ਮਤਲਬ ਮਿਡਲ ਤੇ ਚੌਥੀ ਮਤਲਬ ਰਿੰਗ ਫਿੰਗਰ ਦੇ ਵਿੱਚੋਂ ਲਿਆ ਜਾਂਦਾ ਹੈ। ਸੋ ਇਹ ਬਹੁਤ ਮਹੱਤਵਪੂਰਨ ਪ੍ਰਸ਼ਨ ਤੁਸੀਂ ਯਾਦ ਰੱਖਣਾ ਗਾ। ਹੁਣ ਕਰਾਂਗੇ ਪ੍ਰਸ਼ਨ ਨੰਬਰ 9। ਫਿੰਗਰ ਸਟਿਕ ਸੈਂਪਲ ਦੌਰਾਨ ਪਹਿਲੀ ਬੂੰਦ ਬਲੱਡ ਦੀ ਰਿਜੈਕਟ ਕਿਉਂ ਕਰਨੀ ਚਾਹੀਦੀ ਹੈ? ਉੱਤਰ ਇਹਦਾ ਆਏਗਾ ਕਿਉਂਕਿ ਇਸ ਜਿਹੜੀ ਇਹ ਮਤਲਬ ਬੂੰਦ ਹੁੰਦੀ ਹੈਗੀ ਪਹਿਲੀ ਬੂੰਦ, ਇਸ ਵਿੱਚ ਜ਼ਿਆਦਾ ਟਿਸ਼ੂ ਫਲੂਇਡ ਹੋ ਸਕਦਾ ਹੈ। ਠੀਕ ਹੈ, ਮਤਲਬ ਬਲੱਡ ਦੀ ਕੰਪੋਜੀਸ਼ਨ ਘੱਟ ਹੋਊਗੀ, ਟਿਸ਼ੂ ਫਲੂਇਡ ਜ਼ਿਆਦਾ ਹੋਊਗਾ। ਸੋ ਰਿਜ਼ਲਟ ਜਿਹੜਾ ਹੈਗਾ ਉਹ ਗਲਤ ਹੋ ਸਕਦਾ ਹੈਗਾ। ਇਸ ਕਰਕੇ ਪਹਿਲੀ ਡ੍ਰੌਪ ਹਮੇਸ਼ਾ ਰਿਜੈਕਟ ਕਰਕੇ ਦੂਸਰੀ ਡ੍ਰੌਪ ਨੂੰ ਐਜ ਏ ਸੈਂਪਲ ਵਰਤਣਾ ਚਾਹੀਦਾ ਹੈ। ਠੀਕ ਹੈ, ਤਾਂ ਇਸ ਇਮੇਜ ਤੁਸੀਂ ਦੇਖ ਸਕਦੇ ਹੋ ਫਿੰਗਰ ਪ੍ਰਿਕ ਟੈਸਟ। ਤਾਂ ਇਹਦੇ 'ਚ ਇੱਕ ਧਿਆਨ ਨਾਲ ਤੁਸੀਂ ਦੇਖਣੀ ਇਹ ਚੀਜ਼ ਕਿ ਜਿਹੜੀ ਪ੍ਰਿਕ ਕੀਤੀ ਆ ਉਹ ਬਿਲਕੁਲ ਟਿਪ ਦੇ ਉੱਪਰ ਨਹੀਂ ਕੀਤੀ। ਠੀਕ ਹੈ, ਟਿਪ ਤੋਂ ਨੀਚੇ ਵਾਲੇ ਪਾਸੇ ਕੀਤੀ ਆ। ਤਾਂ ਇਹ ਵੀ ਬਹੁਤ ਧਿਆਨ ਰੱਖਣਯੋਗ ਪੁਆਇੰਟ ਹੈ ਕਿ ਜਿਹੜਾ ਸੈਂਪਲ ਆ ਬਿਲਕੁਲ ਟਿਪ ਤੋਂ ਨਹੀਂ ਲੈਣਾ ਚਾਹੀਦਾ। ਠੀਕ ਹੈ, ਪ੍ਰਸ਼ਨ ਨੰਬਰ 10। ਹੀਲ ਸਟਿਕ ਸੈਂਪਲ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ? ਤਾਂ ਇਹਦਾ ਉੱਤਰ ਆਏਗਾ ਬਹੁਤ ਛੋਟੇ ਬੱਚੇ ਅਰਥਾਤ ਜਿਹੜੇ ਨਵਜਾਤ ਬੱਚੇ ਹੁੰਦੇ ਨੇ ਨਿਊ ਬੋਰਨ, ਉਹਨਾਂ ਦਾ ਸੈਂਪਲ ਲੈਣ ਦੇ ਲਈ ਹੀਲ ਸਟਿਕ ਮਤਲਬ ਨੀਚੇ ਪੈਰ ਦੀ ਅੱਡੀ ਦੇ ਉੱਪਰ ਪ੍ਰਿਕ ਕਰਕੇ ਸੈਂਪਲ ਲਿਆ ਜਾਂਦਾ ਹੈ। ਪ੍ਰਸ਼ਨ ਨੰਬਰ 11। ਬਲੱਡ ਸੈਂਪਲਿੰਗ ਵਿੱਚ SST ਤੋਂ ਕੀ ਭਾਵ ਹੈ? ਤਾਂ ਬਲੱਡ ਸੈਂਪਲਿੰਗ ਦੇ ਵਿੱਚ SST ਤੋਂ ਭਾਵ ਹੁੰਦਾ ਗਾ ਸੀਰਮ ਸੈਪਰੇਟਰ ਟਿਊਬ, ਮਤਲਬ ਬਲੱਡ ਦੇ ਵਿੱਚੋਂ ਸੀਰਮ ਨੂੰ ਅਲੱਗ ਕੱਢਣਾ। ਠੀਕ ਹੈ, ਸੀਰਮ ਦੇ ਟੈਸਟ ਅਲੱਗ ਹੁੰਦੇ ਨੇ ਜਿਹਦੀ ਪ੍ਰੋਸੈਸ ਨੂੰ ਸੀਰੋਲੋਜੀ ਕਿਹਾ ਜਾਂਦਾ ਹੈ। ਜਦੋਂ ਆਪਾਂ ਟੈਸਟ ਬਲੱਡ ਦਾ ਪੂਰੇ ਦਾ ਕਰਨਾ ਹੋਵੇ ਤਾਂ ਉਹਨੂੰ ਹੀਮੈਟੋਲੋਜੀ ਕਹਿੰਦੇ ਨੇ। ਜਦੋਂ ਟੈਸਟ ਇਕੱਲੇ ਪਲਾਜ਼ਮਾ ਦਾ ਕਰਨਾ ਹੋਵੇ ਤਾਂ ਬਾਇਓਕੈਮਿਸਟਰੀ ਕਿਹਾ ਜਾਂਦਾ ਹੈ। ਅਤੇ ਜਦੋਂ ਟੈਸਟ ਸੀਰਮ ਦਾ ਕਰਨਾ ਹੋਵੇ ਤਾਂ ਸੀਰੋਲੋਜੀ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 12। ਬਲੱਡ ਸੈਂਪਲਿੰਗ ਵਿੱਚ PST ਤੋਂ ਕੀ ਭਾਵ ਹੈ? ਸਹੀ ਉੱਤਰ ਹੈ ਪਲਾਜ਼ਮਾ ਸੈਪਰੇਟਰ ਟਿਊਬ। ਠੀਕ ਹੈ, ਤਾਂ ਇਸ ਇਮੇਜ ਤੁਸੀਂ ਦੇਖ ਸਕਦੇ ਹੋਗੇ ਕਿ ਕਿਵੇਂ ਬੱਚੇ ਦੇ ਜਿਹੜਾ ਨਿਊ ਬੋਰਨ ਬੱਚਾ ਹੁੰਦਾ ਉਹਦੇ ਪੈਰ ਦੀ ਅੱਡੀ ਦੇ ਉੱਪਰ ਪ੍ਰਿਕ ਕੀਤਾ ਜਾ ਰਿਹਾ ਹੈਗਾ। ਤਾਂ ਇਹਨੂੰ ਕਹਿੰਦੇ ਨੇ ਹੀਲ ਸਟਿਕ ਸੈਂਪਲਿੰਗ। ਪ੍ਰਸ਼ਨ ਨੰਬਰ 13। ਬਲੱਡ ਸੈਂਪਲ ਵਿੱਚ EDTA ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ? ਤਾਂ EDTA ਇੱਕ ਕੈਮੀਕਲ ਹੁੰਦਾ ਗਾ ਜਿਹਦਾ ਨਾਮ ਹੈ ਇਥਾਈਲੀਨ ਡਾਈਅਮੀਨ ਟੈਟਰਾ ਐਸੀਟਿਕ ਐਸਿਡ। ਓਕੇ, ਤਾਂ ਇਹ ਜਿਹੜਾ ਕੈਮੀਕਲ ਹੈ ਇਹ ਤਾਂ ਪਾਇਆ ਜਾਂਦਾ ਗਾ ਤਾਂ ਕਿ ਬਲੱਡ ਜਿਹੜਾ ਜੰਮੇ ਨਾ ਉਹਦਾ ਕਲੌਟ ਨਾ ਬਣੇ। ਠੀਕ ਹੈ, ਸੈਂਪਲ ਜਿਹੜਾ ਆਪਾਂ ਬਲੱਡ ਦਾ ਲਿੱਤਾ ਗਾ ਤਾਂ ਟੈਸਟ ਹੋਣ ਤੱਕ ਉਹਦਾ ਕਲੌਟ ਨਾ ਬਣੇ, ਤਾਂ ਜੰਮਣ ਤੋਂ ਰੋਕਣ ਦੇ ਲਈ EDTA ਦੀ ਵਰਤੋਂ ਕੀਤੀ ਜਾਂਦੀ ਹੈ। ਪ੍ਰਸ਼ਨ ਨੰਬਰ 14। ਬਲੱਡ ਟਿਊਬ ਨੂੰ ਕਿੰਨੇ ਤਾਪਮਾਨ 'ਤੇ ਸਟੋਰ ਕਰਨਾ ਚਾਹੀਦਾ ਹੈ? ਤਾਂ ਬਲੱਡ ਕਲੈਕਟ ਕਰਨ ਤੋਂ ਬਾਅਦ ਟਿਊਬ ਨੂੰ 4 ਤੋਂ ਲੈ ਕੇ 25 ਡਿਗਰੀ ਦੇ ਵਿਚਾਲੇ ਹੀ ਸਟੋਰ ਕੀਤਾ ਜਾ ਸਕਦਾ ਹੈ। ਪ੍ਰਸ਼ਨ ਨੰਬਰ 15। ਬਲੱਡ ਸੈਂਪਲ ਲੈਣ ਉਪਰੰਤ ਕਿੰਨੇ ਸਮੇਂ ਦੇ ਵਿੱਚ ਸੀਰਮ ਨੂੰ ਬਲੱਡ ਤੋਂ ਅਲੱਗ ਕਰ ਲੈਣਾ ਚਾਹੀਦਾ ਹੈ? ਸੋ ਜਦੋਂ ਸੀਰਮ ਦਾ ਟੈਸਟ ਕਰਨਾ ਹੋਵੇ ਤਾਂ ਬਲੱਡ 'ਚੋਂ ਸੀਰਮ ਨੂੰ ਅਲੱਗ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਤਾਂ ਇਹ ਪ੍ਰੋਸੈਸ 2 ਘੰਟੇ ਦੇ ਵਿੱਚ ਹੀ ਕਰ ਲੈਣੀ ਚਾਹੀਦੀ ਹੈ। ਠੀਕ ਹੈ, ਅਤੇ ਇਸ ਇਮੇਜ ਤੁਸੀਂ ਦੇਖ ਰਹੇ ਹੋ EDTA ਟਿਊਬ ਜਿਹਦੇ ਵਿੱਚੋਂ ਆਲਰੇਡੀ EDTA ਲੱਗਿਆ ਹੁੰਦਾ ਗਾ, ਕੋਟ ਕੀਤਾ ਹੁੰਦਾ ਗਾ। ਠੀਕ ਹੈ, ਜੋ ਕਿ ਬਲੱਡ ਨੂੰ ਸੈਂਪਲ ਨੂੰ ਜੰਮਣ ਤੋਂ ਰੋਕਦਾ ਗਾ। ਤਾਂ ਇਹ ਬਹੁਤ ਜ਼ਰੂਰੀ ਹੈ ਪਹਿਚਾਣ ਕਰਨੀ। ਇੱਕ ਤਾਂ ਦੇ ਜਿਹੜੇ ਕੈਪ ਹੁੰਦੇ ਨੇ ਜਿਵੇਂ ਤਾਂ ਪਰਪਲ ਕੈਪ ਹੈ ਤਾਂ ਇਸ ਤੋਂ ਪਹਿਚਾਣ ਹੋ ਸਕਦੀ ਹੈ ਕਿ ਵੀ ਇਹ EDTA ਟਿਊਬ ਹੈ। ਇਸ ਤੋਂ ਇਲਾਵਾ ਤੁਸੀਂ ਇਹ ਦੇਖ ਰਹੇ ਹੋ ਸੀਰਮ ਸੈਪਰੇਟਰ ਟਿਊਬ। ਠੀਕ ਹੈ, ਉੱਪਰ ਸਭ ਤੋਂ ਉੱਪਰ ਸੀਰਮ ਦੀ ਕੋਟ ਹੈਗੀ, ਵਿਚਾਲੇ ਜੈਲ ਮੈਟ੍ਰਿਕਸ ਹੈ ਅਤੇ ਉਸ ਤੋਂ ਨੀਚੇ ਜਿਹੜੇ RBC ਨੇ ਮਤਲਬ ਰੈੱਡ ਬਲੱਡ ਸੈੱਲ ਨੇ ਉਹ ਡਿਪੋਜ਼ਿਟ ਹੋਏ ਨੇ। ਠੀਕ ਹੈ ਜੀ, ਸੋ ਉਮੀਦ ਕਰਦਾ ਕਿ ਵੀਡੀਓ ਪਸੰਦ ਆਵੇਗਾ। ਜੇ ਵੀਡੀਓ ਪਸੰਦ ਆਵੇ ਤਾਂ ਸ਼ੇਅਰ ਕਰਨਾ, ਸਬਸਕ੍ਰਾਈਬ ਕਰਨਾ, ਲਾਈਕ ਕਰਨਾ ਬਿਲਕੁਲ ਨਾ ਭੁੱਲੋ।